ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਸ਼੍ਰੋਮਣੀ ਭਗਤ ਧੰਨ ਕਬੀਰ ਸਾਹਿਬ ਜੀ ਦੇ ਬਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਬਲਾਵਲ ਰਾਗ ਅੰਦਰ ਜੁਗੋ ਜੁਗੋ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 855 ਉੱਤੇ ਅੰਕਿਤ ਹੈ। ਪਾਵਨ ਪਿੱਤਰ ਸ਼ਬਦ ਵਿੱਚ ਧੰਨ ਕਬੀਰ ਸਾਹਿਬ ਜੀ ਉਸ ਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਧੰਨ ਕਬੀਰ ਸਾਹਿਬ ਜੀ ਇਸ ਪਾਵਨ ਪਿੱਤਰ ਸ਼ਬਦ ਵਿੱਚ ਸੰਸਾਰ ਦੀ ਨਾਸ਼ਵਾਨਤਾ ਨੂੰ ਬਿਆਨ ਕਰਦੇ ਹੋਏ ਆਪਣੀ ਪਵਿੱਤਰ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਭਾਈ, ਇਸ ਸੰਸਾਰ ਉੱਤੇ ਕੋਈ ਵੀ ਜੀਵ ਸਦਾ ਵਾਸਤੇ ਸਦੀਵੀ ਜੀਵਤ ਨਹੀਂ ਰਹਿ ਸਕਦਾ। ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਹਨ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀਏ। ਜੋ ਵੀ ਸੰਸਾਰ ਉੱਤੇ ਜਨਮ ਲੈ ਕੇ ਆਇਆ ਹੈ ਭਾਈ, ਉਸਨੇ ਇੱਕ ਨਾ ਇੱਕ ਦਿਨ ਇਹ ਸਰੀਰ ਛੱਡ ਕੇ ਸੰਸਾਰ ਤੋਂ ਕੂਚ ਕਰਨਾ ਹੈ, ਖਾਲੀ ਹੱਥ ਚਲੇ ਜਾਣਾ ਹੈ। ਧੰਨ ਕਬੀਰ ਸਾਹਿਬ ਜੀ ਆਪਣੀ ਪਾਵਨ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਐਸੋ ਇਹ ਸੰਸਾਰ ਵੇਖਣਾ, ਰਹਿਣ ਨਾ ਕੋ ਪਈ ਹੈ ਰੇ। ਕਿ ਭਾਈ, ਐਸਾ ਇਹ ਸਮੁੱਚਾ ਸੰਸਾਰ ਦੇਖਿਆ ਹੈ ਕਿ ਕੋਈ ਵੀ ਜੀਵ ਸਦਾ ਵਾਸਤੇ ਸੰਸਾਰ ਉੱਤੇ ਕਾਇਮ ਨਹੀਂ ਰਹਿ ਸਕਦਾ। ਸੋ ਜਿੰਨੀ ਜਿੰਨੀ ਸਾਨੂੰ ਅਕਾਲ ਪੁਰਖ ਨੇ ਸਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਹੈ, ਆਪੋ ਆਪਣੀ ਸਾਸਾਂ ਰੂਪੀ ਪੂੰਜੀ ਭੋਗ ਕੇ ਅਸੀਂ ਸਾਰਿਆਂ ਨੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਕੋਈ ਵੀ ਜੀਵ ਸਦਾ ਵਾਸਤੇ ਸੰਸਾਰ ਉੱਤੇ ਜੀਵਤ ਨਹੀਂ ਰਹਿ ਸਕਦਾ। ਐਸੋ ਇਹ ਸੰਸਾਰ ਵੇਖਣਾ, ਰਹਿਣ ਨਾ ਕੋ ਪਈ ਹੈ ਰੇ। ਭਾਈ, ਐਸਾ ਇਹ ਸਮੁੱਚਾ ਸੰਸਾਰ ਦੇਖਿਆ ਹੈ ਕਿ ਕੋਈ ਵੀ ਜੀਵ ਸਦਾ ਵਾਸਤੇ ਸੰਸਾਰ ਉੱਤੇ ਜੀਵਤ ਨਹੀਂ ਰਹਿ ਸਕਦਾ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ, ਅਕਾਲ ਪੁਰਖ ਦੇ ਦੱਸੇ ਹੋਏ ਸਿੱਧੇ ਮਾਰਗ ਤੇ ਚੱਲਦੇ ਰਹਿਣਾ ਚਾਹੀਦਾ ਹੈ। ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੁਦੱਕਾ ਦਵਈ ਹੈ ਰੇ। ਤੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ, ਸਿੱਧੇ ਅਕਾਲ ਪੁਰਖ ਦੇ ਦੱਸੇ ਮਾਰਗ ਉੱਤੇ ਜੀਵਾਂ ਨੂੰ ਚੱਲਣਾ ਚਾਹੀਦਾ ਹੈ। ਨਹੀਂ ਤਾਂ ਪਤਾ ਨਹੀਂ ਕਿ ਮੌਤ ਦਾ ਧੱਕਾ ਕਦੋਂ ਲੱਗ ਜਾਵੇ, ਮੌਤ ਦਾ ਸੁਨੇਹਾ ਕਦੋਂ ਆ ਜਾਵੇ, ਮੌਤ ਦਾ ਸੱਦਾ ਕਦੋਂ ਆ ਜਾਵੇ। ਭਾਈ, ਇਸ ਕਰਕੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ ਸਦਾ ਉਸ ਨੂੰ ਚੇਤੇ ਰੱਖ ਕੇ ਉਹਦਾ ਨਾਮ ਦਾ ਸਿਮਰਨ ਬੰਦਗੀ ਕਰਦੇ ਰਹਿਣਾ ਚਾਹੀਦਾ ਹੈ। ਉਹਦੇ ਚਰਨਾਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਕਿ ਪਤਾ ਨਹੀਂ ਮੌਤ ਰੂਪੀ ਚਿੱਠੀ ਕਦੋਂ ਆ ਜਾਵੇ, ਕਦੋਂ ਅਕਾਲ ਪੁਰਖ ਦਾ ਮੌਤ ਦਾ ਸੱਦਾ ਆ ਜਾਵੇ ਤੇ ਇਹ ਸੰਸਾਰ ਛੱਡ ਕੇ ਸੰਸਾਰ ਤੋਂ ਕੂਚ ਕਰਨਾ ਪਵੇ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਸੂਦੇ ਸੂਦੇ ਰੇਗ ਚਲੋ ਤੁਮ, ਨਜ਼ਰ ਕੁਦੱਕਾ ਦਵਈ ਹੈ ਰੇ। ਪਤਾ ਨਹੀਂ ਭਾਈ ਮੌਤ ਦਾ ਧੱਕਾ ਕਦੋਂ ਲੱਗ ਜਾਵੇ, ਕਦੋਂ ਮੌਤ ਆ ਜਾਵੇ। ਇਸ ਕਰਕੇ ਸਦਾ ਵਾਸਤੇ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਅਕਾਲ ਪੁਰਖ ਦੇ ਦੱਸੇ ਹੋਏ ਸਿੱਧੇ ਮਾਰਗ ਰਸਤੇ ਉੱਤੇ ਚੱਲਣਾ ਚਾਹੀਦਾ ਹੈ। ਧੰਨ ਕਬੀਰ ਸਾਹਿਬ ਜੀ ਆਪਣੀ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਭਾਈ, ਜੋ ਵੀ ਸੰਸਾਰ ਉੱਤੇ ਜੀਵ ਜਨਮ ਲੈ ਕੇ ਆਉਂਦੇ ਹਨ, ਭਾਵੇਂ ਉਹ ਬਚਪਨ ਅਵਸਥਾ ਵਿੱਚ ਹਨ, ਅਜੇ ਛੋਟੇ ਛੋਟੇ ਬਾਲਕ ਹਨ, ਭਾਵੇਂ ਜਵਾਨੀ ਵਿੱਚ ਹਨ, ਤੇ ਭਾਵੇਂ ਉਹ ਜੀਵ ਬੁਢੇਪੇ ਵਿੱਚ ਅਵਸਥਾ ਵਿੱਚ ਪਹੁੰਚ ਗਏ ਹਨ, ਜਿਸ ਕਿਸੇ ਨੂੰ ਵੀ ਮੇਰੇ ਅਕਾਲ ਪੁਰਖ ਦਾ ਮੌਤ ਦਾ ਸੱਦਾ ਆਵੇਗਾ, ਭਾਵੇਂ ਉਹ ਬੱਚਾ ਹੈ ਤੇ ਭਾਵੇਂ ਉਹ ਭਾਈ ਜਵਾਨ ਉਮਰ ਦਾ ਹੈ ਅਤੇ ਚਾਹੇ ਉਹ ਬਿਰਧ ਅਵਸਥਾ ਵਿੱਚ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਕਿਸੇ ਨੂੰ ਪ੍ਰਮਾਤਮਾ ਵੱਲੋਂ ਮੌਤ ਦਾ ਸੁਨੇਹਾ ਆ ਜਾਂਦਾ ਹੈ ਭਾਈ, ਉਹ ਅਕਾਲ ਪੁਰਖ ਨਾ ਕਿਸੇ ਦਾ ਬਚਪਨ ਦੇਖਦਾ ਹੈ, ਨਾ ਕਿਸੇ ਦੀ ਜਵਾਨੀ ਦੇਖਦਾ ਹੈ, ਨਾ ਕਿਸੇ ਦਾ ਬੁਢੇਪਾ ਦੇਖਦਾ ਹੈ ਕਿ ਭਾਈ ਅਜੇ ਬੱਚਾ ਬਾਲਕ ਹੈ, ਇਸ ਨੂੰ ਸੰਸਾਰ ਤੋਂ ਨਹੀਂ ਲੈ ਕੇ ਜਾਣਾ, ਜਾਂ ਕੋਈ ਅਜੇ ਜਵਾਨੀ ਵਿੱਚ ਹੈ
ਇਸ ਨੂੰ ਆਪਣੀ ਜਵਾਨੀ ਭੋਗਣ ਦਿੰਦੇ ਹਾਂ, ਇਸ ਕਰਕੇ ਇਸ ਨੂੰ ਅਜੇ ਨਹੀਂ ਸੰਸਾਰ ਤੋਂ ਲੈ ਕੇ ਜਾਣਾ। ਜਾਂ ਕੋਈ ਬਿਰਧ ਅਵਸਥਾ ਵਿੱਚ ਹੈ, ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਤਾਂ ਜਦੋਂ ਕਿਸ ਨੂੰ ਸੱਦਾ ਆ ਜਾਂਦਾ ਹੈ ਭਾਈ, ਭਾਵੇਂ ਉਹ ਬਾਲਕ ਅਵਸਥਾ ਵਿੱਚ ਹੈ, ਭਾਵੇਂ ਭਰ ਜਵਾਨੀ ਵਿੱਚ ਹੈ, ਭਾਵੇਂ ਬਿਰਧ ਅਵਸਥਾ ਵਿੱਚ ਹੈ, ਹਰੇਕ ਜੀਵ ਨੂੰ ਇਹ ਸੰਸਾਰ ਛੱਡ ਕੇ ਇੱਕ ਨਾ ਦਿਨ ਸੰਸਾਰ ਤੋਂ ਜਾਣਾ ਪੈਣਾ ਹੈ। ਤੋ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਬਾਰੇ ਬੂਢੇ ਤੁਰਨੇ ਭਈਆ ਸਭੂ ਜੰਮ ਲੈ ਜਈ ਹੈ ਰੇ। ਭਾਵੇਂ ਕੋਈ ਬਾਲਕ ਹੈ ਭਾਈ, ਭਾਵੇਂ ਅਜੇ ਚੰਗਾ ਤੁਰਦਾ ਫਿਰਦਾ ਜਵਾਨੀ ਵਿੱਚ ਹੈ, ਅਤੇ ਭਾਵੇਂ ਅਜੇ ਭਾਈ ਬਿਰਧ ਅਵਸਥਾ ਵਿੱਚ ਹੈ, ਜਦੋਂ ਪਰਮਾਤਮਾ ਦੇ ਭੇਜੇ ਹੋਏ ਜਮਰਾਜ ਮੌਤ ਦਾ ਸੁਨੇਹਾ ਲੈ ਕੇ ਆਏ, ਉਦੋਂ ਹਰੇਕ ਜੀਵ ਨੂੰ, ਭਾਵੇਂ ਉਹ ਬਾਲਕ ਅਵਸਥਾ ਵਿੱਚ ਹੈ, ਚਾਹੇ ਉਹ ਜਵਾਨੀ ਵਿੱਚ ਹੈ, ਭਾਵੇਂ ਉਹ ਬਿਰਧ ਅਵਸਥਾ ਵਿੱਚ ਹੈ, ਪਰਮਾਤਮਾ ਦਾ ਸੱਦਾ ਆਉਣ 'ਤੇ ਹਰੇਕ ਜੀਵ ਨੂੰ ਇਹ ਸੰਸਾਰ ਛੱਡ ਕੇ ਜਾਣਾ ਪੈਣਾ ਹੈ। ਤੋ ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ ਭਾਈ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਜਿਹੜਾ ਮਨੁੱਖ ਹੈ ਉਹ ਵਿਚਾਰਾ ਇੱਕ ਚੂਹੇ ਦੀ ਨਿਆਈ ਹੈ, ਅਤੇ ਮੌਤ ਜਿਹੜੀ ਹੈ ਇੱਕ ਬਿੱਲੀ ਦੀ ਨਿਆਈ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਵੇਂ ਬਿੱਲੀ ਨੂੰ ਦੇਖ ਕੇ ਭਾਈ ਚੂਹਾ ਸਹਿਮ ਜਾਂਦਾ ਹੈ, ਇਸੇ ਤਰ੍ਹਾਂ ਮੌਤ ਰੂਪੀ ਬਿੱਲੀ ਨੂੰ ਦੇਖ ਕੇ ਵਿਚਾਰਾ ਮਨੁੱਖ ਜਿਹੜਾ ਹੈ ਉਹ ਵੀ ਚੂਹੇ ਦੀ ਤਰ੍ਹਾਂ ਸਹਿਮ ਜਾਂਦਾ ਹੈ ਕਿ ਮੌਤ ਦਾ ਇਤਨਾ ਭਿਆਨਕ ਡਰ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਮਾਨਸ ਬਪਰਾ ਮੂਸਾ ਕੀਨੋ, ਮਨੁੱਖ ਵਿਚਾਰਾ ਤੇ ਇੱਕ ਚੂਹੇ ਦੀ ਨਿਆਈ ਹੈ, ਮੀਚ ਬਲਈਆ ਖਈ ਹੈ ਰੀ। ਤੇ ਇਸ ਤਰ੍ਹਾਂ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਮੀਚ ਮੌਤ ਨੂੰ ਕਹਿੰਦੇ ਹਨ, ਬਲਈਆ ਬਿੱਲੀ ਨੂੰ ਕਿਹਾ ਜਾਂਦਾ ਹੈ। ਕਿ ਧੰਨ ਕਬੀਰ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਬਿੱਲੀ ਨੂੰ ਦੇਖ ਕੇ ਭਾਈ ਚੂਹਾ ਸਹਿਮ ਜਾਂਦਾ ਹੈ, ਡਰ ਜਾਂਦਾ ਹੈ, ਇਸੇ ਤਰ੍ਹਾਂ ਹੀ ਜਦੋਂ ਮੌਤ ਰੂਪੀ ਬਿੱਲੀ ਆਵੇਗੀ ਤੇ ਮਨੁੱਖ ਇੱਕ ਵਿਚਾਰਾ ਚੂਹੇ ਦੀ ਨਿਆਈ ਮੌਤ ਨੂੰ ਦੇਖ ਕੇ ਚੂਹੇ ਦੀ ਤਰ੍ਹਾਂ ਸਹਿਮ ਜਾਵੇਗਾ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਭਾਈ ਮਨੁੱਖ ਦੇ ਵਿਚਾਰਾ ਇੱਕ ਚੂਹੇ ਦੀ ਨਿਆਈ ਹੈ, ਮੌਤ ਇੱਕ ਜਾਣੋ ਕਿ ਬਿੱਲੀ ਦੀ ਨਿਆਈ ਹੈ, ਤੇ ਜਦੋਂ ਮੌਤ ਰੂਪੀ ਬਿੱਲੀ ਆਵੇਗੀ ਤੇ ਵਿਚਾਰਾ ਮਨੁੱਖ ਚੂਹੇ ਦੀ ਤਰ੍ਹਾਂ ਉਹਦੇ ਅੱਗੇ ਸਹਿਮ ਜਾਵੇਗਾ, ਤੇ ਮੌਤ ਰੂਪੀ ਬਿੱਲੀ ਉਸ ਮਨੁੱਖ ਵਿਚਾਰੇ ਚੂਹੇ ਦੀ ਨਿਆਈ ਮਨੁੱਖ ਨੂੰ ਆ ਕੇ ਹੜੱਪ ਕਰਕੇ ਲੈ ਜਾਵੇਗਾ। ਸੋ ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਭਾਈ, ਜਿਸ ਤਰ੍ਹਾਂ ਬਿੱਲੀ ਨੂੰ ਦੇਖ ਕੇ ਚੂਹਾ ਸਹਿਮ ਜਾਂਦਾ ਹੈ, ਇਸੇ ਤਰ੍ਹਾਂ ਵਿਚਾਰਾ ਮਨੁੱਖ ਮੌਤ ਨੂੰ ਦੇਖ ਕੇ ਸਹਿਮ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਧਰਮੰਤਾ ਅਰ ਨਿਰਤਨ ਮੰਨੀ ਤਾਕੀ ਕਛੂ ਨਾ ਕਾਨੀ ਰੇ। ਭਾਵੇਂ ਕੋਈ ਸੰਸਾਰ ਉੱਤੇ ਰਾਜਾ ਹੈ, ਭਾਵੇਂ ਬਹੁਤ ਧਨਾਢ ਹੈ, ਬਹੁਤ ਜਾਇਦਾਦ ਦਾ ਮਾਲਕ ਹੈ, ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਧਰਮੰਤਾ ਅਰ ਨਿਰਤਨ ਮੰਨੀ। ਅਤੇ ਭਾਵੇਂ ਕੋਈ ਮਨੁੱਖ ਵਿਚਾਰਾ ਗਰੀਬ ਹੈ, ਨਿਰਧਨ ਹੈ, ਜਿਸ ਕੋਲ ਕੋਈ ਧਨ ਨਹੀਂ ਹੈ, ਤਾਂ ਕਿ ਕਛੂ ਨਾ ਕਾਨੀ ਰੇ। ਮੌਤ ਅੱਗੇ ਭਾਈ ਕਿਸੇ ਦੀ ਪੇਸ਼ ਨਹੀਂ ਜਾਂਦੀ, ਨਾ ਕਿਸੇ ਰਾਜੇ ਦੀ, ਨਾ ਕਿਸੇ ਪ੍ਰਜਾ ਦੇ ਗਰੀਬ ਮਨੁੱਖ ਦੀ ਪੇਸ਼ ਜਾਂਦੀ ਹੈ। ਇਸ ਕਰਕੇ ਭਾਈ ਜੇ ਕੋਈ ਬਹੁਤੇ ਧਨ ਦਾ ਮਾਲਕ ਹੈ, ਦੁਨੀਆ ਦਾ ਰਾਜਾ ਹੈ, ਇਹ ਨਹੀਂ ਕਿਹਾ ਜਾ ਸਕਦਾ ਭਾਈ ਕਿ ਉਹ ਪੈਸਿਆਂ ਦੀ ਰਿਸ਼ਵਤ ਦੇ ਕੇ, ਵੱਡੀ ਦੇ ਕੇ ਜਿਹੜਾ ਮੌਤ ਤੋਂ ਬਚ ਸਕੇਗਾ। ਇਸ ਤਰ੍ਹਾਂ ਨਹੀਂ ਹੋ ਸਕਦਾ ਕਦੀ ਵੀ ਕਿ ਅਕਾਲ ਪੁਰਖ ਦੇ ਭੇਜੇ ਹੋਏ ਜਮਰਾਜ ਜਿਹੜੇ ਹਨ ਭਾਈ, ਨਾ ਉਹ ਰਾਜਾ ਦੇਖਦੇ ਹਨ, ਨਾ ਕੋਈ ਪ੍ਰਜਾ ਦਾ ਮਨੁੱਖ ਵਿਚਾਰਾ ਗਰੀਬ ਦੇਖਦੇ ਹਨ, ਨਾ ਉਹਨਾਂ ਨੂੰ ਕਿਸੇ ਰਿਸ਼ਵਤ ਦੀ ਲੋੜ ਹੈ, ਜਿਨ੍ਹਾਂ ਦੇ ਅੱਗੇ ਭਾਈ ਨਾ ਕਿਸੇ ਰਾਜੇ ਦੀ ਪੇਸ਼ ਜਾਂਦੀ ਹੈ, ਨਾ ਕਿਸੇ ਪ੍ਰਜਾ ਦੇ ਗਰੀਬ ਮਨੁੱਖ ਦੀ ਪੇਸ਼ ਜਾ ਸਕਦੀ ਹੈ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਧਨਵੰਤਾ ਅਰ ਨਿਰਤਨ ਮੰਨੀ ਤਾਕੀ ਕਛੂ ਨਾ ਕਾਨੀ ਰੇ। ਭਾਈ ਭਾਵੇਂ ਕੋਈ ਧਨਵੰਤ ਹੈ, ਬਹੁਤੇ ਧਨ ਦਾ ਮਾਲਕ ਹੈ, ਬਹੁਤ ਧਨਾਢ ਹੈ, ਭਾਵੇਂ ਧਨ ਤੋਂ ਕੋਈ ਸੱਖਣਾ ਗਰੀਬ ਮਨੁੱਖ ਹੈ ਭਾਈ, ਕਿਸੇ ਦੀ ਵੀ ਉਸ ਮੌਤ ਅੱਗੇ ਪੇਸ਼ ਨਹੀਂ ਜਾਵੇਗੀ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ। ਭਾਵੇਂ ਕੋਈ ਦੁਨੀਆ ਦਾ ਰਾਜਾ ਹੈ, ਭਾਵੇਂ ਕੋਈ ਪ੍ਰਜਾ ਦਾ ਗਰੀਬ ਮਨੁੱਖ ਹੈ ਭਾਈ, ਜਿਹੜਾ ਕਾਲ ਹੈ, ਮੌਤ ਹੈ, ਉਹ ਨਾ ਕਿਸੇ ਰਾਜੇ ਨੂੰ ਬਖਸ਼ਦਾ ਹੈ ਤੇ ਨਾ ਹੀ
ਕਿਸੇ ਪ੍ਰਜਾ ਦੇ ਗਰੀਬ ਮਨੁੱਖ ਨੂੰ ਭਾਈ ਮੌਤ ਜਿਹੜੀ ਰਾਜੇ ਨੂੰ ਵੀ ਆਵੇਗੀ, ਪ੍ਰਜਾ ਤੇ ਮਨੁੱਖ ਗਰੀਬ ਨੂੰ ਵੀ ਆਵੇਗੀ ਭਾਈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਰਾਜਾ ਪ੍ਰਜਾ ਸਮਕਰ ਮਾਰੇ, ਐਸੋ ਕਾਲ ਬਡਾਨੀ ਰੇ। ਕਾਲ ਐਸਾ ਬਲੀ ਹੈ ਭਾਈ, ਨਾ ਕਿਸੇ ਰਾਜੇ ਨੂੰ ਬਖਸ਼ਦਾ ਹੈ, ਨਾ ਕਿਸੇ ਪ੍ਰਜਾ ਦਾ ਗਰੀਬ ਮਨੁੱਖ ਨੂੰ ਬਖਸ਼ਦਾ ਹੈ। ਮੌਤ ਦੋਨਾਂ ਨੂੰ ਇੱਕੋ ਤਰ੍ਹਾਂ ਦੀ ਆਵੇਗੀ, ਭਾਵੇਂ ਕੋਈ ਦੁਨੀਆ ਦਾ ਰਾਜਾ ਹੈ, ਭਾਵੇਂ ਪ੍ਰਜਾ ਗਰੀਬ ਮਨੁੱਖ ਹੈ ਭਾਈ। ਨਾ ਹੀ ਸੰਸਾਰ ਉੱਤੇ ਸਦਾ ਕੋਈ ਰਾਜਾ ਸੰਸਾਰ ਤੇ ਜੀਵਤ ਰਹਿ ਸਕਦਾ ਹੈ, ਨਾ ਕੋਈ ਪ੍ਰਜਾ ਦਾ ਮਨੁੱਖ ਗਰੀਬ ਕੋਈ ਜੀਵਤ ਰਹਿ ਸਕਦਾ ਹੈ ਭਾਈ। ਮੌਤ ਜਿਹੜੀ ਹੈ ਹਰੇਕ ਜੀਵ ਨੂੰ ਆਵੇਗੀ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਹਰ ਕੇ ਸੇਵਕ ਜੇ ਜੋ ਹਰ ਭਾਵੇ, ਤਾਂ ਕਿ ਕਥਾ ਨਿਰਾਰੀ ਰੇ। ਕਿ ਜਿਹੜੇ ਭਾਈ ਪ੍ਰਭੂ ਦੇ ਸੱਚੇ ਸੇਵਕ ਹੋਇਆ ਕਰਦੇ ਹਨ, ਪਰਮਾਤਮਾ ਦੀ ਭਗਤੀ ਤੇ ਸਿਮਰਨ ਕਰਦੇ ਹਨ, ਬੰਦਗੀ ਕਰਦੇ ਹਨ ਭਾਈ, ਉਹਨਾਂ ਨੂੰ ਕਦੀ ਮੌਤ ਨਹੀਂ ਆ ਸਕਦੀ। ਸਰੀਰ ਕਰਕੇ ਭਾਵੇਂ ਸੰਸਾਰ ਤੋਂ ਚਲੇ ਜਾਂਦੇ ਹਨ, ਆਤਮਿਕ ਤੌਰ ਤੇ ਸੰਸਾਰ ਤੇ ਸਦਾ ਜੀਵਿਤ ਰਹਿੰਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਜੋ ਪ੍ਰਭੂ ਦੇ ਸੇਵਕ ਭਗਤ ਮਹਾਂਪੁਰਖ ਪ੍ਰਭੂ ਦੇ ਮਨ ਨੂੰ ਭਾ ਜਾਂਦੇ ਹਨ, ਚੰਗੇ ਲੱਗਣ ਲੱਗ ਪੈਂਦੇ ਹਨ ਭਾਈ। ਇਸ ਕਰਕੇ ਉਹਨਾਂ ਦੀ ਜੀਵਨ ਯਾਤਰਾ ਜਿਹੜੀ ਹੈ ਉਹ ਸੰਸਾਰੀ ਜੀਵਾਂ ਤੋਂ ਵੱਖਰੀ ਹੋਇਆ ਕਰਦੀ ਹੈ, ਨਿਰਲੇਪ ਹੋਇਆ ਕਰਦੀ ਹੈ। ਇਸ ਕਰਕੇ ਭਾਈ ਜੋ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਕੇ, ਪੰਜਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਭਗਤੀ ਸਿਮਰਨ ਕਰਦੇ ਹਨ, ਪ੍ਰਭੂ ਦੇ ਭਾਣੇ ਵਿੱਚ ਰਜਾ ਵਿੱਚ ਰਹਿੰਦੇ ਹਨ, ਉਹਦੇ ਹੁਕਮ ਅਨੁਸਾਰੀ ਹੋ ਕੇ ਤੁਰਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ, ਐਸੇ ਪ੍ਰਭੂ ਦੇ ਸੇਵਕ ਸਦਾ ਵਾਸਤੇ ਸੰਸਾਰ ਉੱਤੇ ਜੀਵਤ ਰਹਿੰਦੇ ਹਨ, ਅਮਰ ਹੋ ਜਾਂਦੇ ਹਨ। ਇਸ ਕਰਕੇ ਸਰੀਰ ਤੇ ਨਾਸ਼ਵਾਨ ਹੈ, ਸਰੀਰ ਤੇ ਹਰੇਕ ਜੀਵ ਨੂੰ ਛੱਡ ਕੇ ਜਾਣਾ ਪੈਣਾ ਹੈ, ਪਰ ਆਤਮਿਕ ਤੌਰ ਤੇ ਪ੍ਰਭੂ ਦੇ ਭੇਜੇ ਹੋਏ ਮਹਾਂਪੁਰਖ ਸੇਵਕ ਭਗਤ ਜਨ ਦੁਨੀਆ ਤੇ ਸਦਾ ਵਾਸਤੇ ਕਾਇਮ ਰਹਿੰਦੇ ਹਨ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਹੈ। ਕਿ ਪ੍ਰਭੂ ਦੇ ਸੇਵਕਾਂ ਦੀ ਜੀਵਨ ਕਥਾ, ਜੀਵਨ ਮਰਜ਼ਾਦਾ ਦੁਨੀਆ ਤੋਂ ਵੱਖਰੀ ਹੋਇਆ ਕਰਦੀ ਹੈ। ਸੋ ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਐਸੇ ਸੰਤ ਮਹਾਂਪੁਰਖ ਪ੍ਰਭੂ ਦੇ ਪਿਆਰੇ ਭਗਤ ਆਵੇ ਨਾ ਜਾਹੇ, ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹ ਸੰਸਾਰ ਉੱਤੇ ਨਾ ਬਾਰ-ਬਾਰ ਆਉਂਦੇ ਹਨ, ਨਾ ਜੰਮਦੇ ਹਨ, ਨਾ ਮਰਦੇ ਹਨ, ਕਿਉਂਕਿ ਉਹਨਾਂ ਦਾ ਜਨਮ ਮਰਨ ਦਾ ਦੁੱਖ ਪਰਮਾਤਮਾ ਨੇ ਮਿਟਾ ਦਿੱਤਾ ਹੁੰਦਾ ਹੈ। ਇਸ ਕਰਕੇ ਭਗਤੀ ਸਿਮਰਨ ਦਾ ਸਦਕਾ, ਚੰਗੇ ਉੱਚੇ ਕਰਮਾਂ ਦਾ ਸਦਕਾ ਐਸੇ ਪ੍ਰਭੂ ਦੇ ਪਿਆਰੇ ਭਗਤ ਪਰਮਾਤਮਾ ਦੀ ਬੰਦਗੀ ਕਰਕੇ, ਸਿਮਰਨ ਕਰਕੇ ਲਾਹਾ ਖੱਟ ਕੇ ਸੰਸਾਰ ਤੋਂ ਜਾਂਦੇ ਹਨ। ਤੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਆਵੇ ਨਾ ਜਾਹੇ, ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਕਿ ਉਹ ਪ੍ਰਭੂ ਦੇ ਪਿਆਰੇ ਭਗਤ ਮਹਾਂਪੁਰਖ ਜਿਨ੍ਹਾਂ ਨੇ ਸੰਸਾਰ ਉੱਤੇ ਆ ਕੇ ਚੰਗੇ ਕਰਮ ਕੀਤੇ ਹਨ ਭਾਈ, ਪਰਮਾਤਮਾ ਦੀ ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ, ਭਲਾਈ ਦੇ ਕੰਮ ਕੀਤੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਉਹ ਨਾ ਸੰਸਾਰ ਉੱਤੇ ਬਾਰ-ਬਾਰ ਮੁੜ ਕੇ ਬਾਅਦ ਵਿੱਚ ਜੰਮਦੇ ਹਨ, ਨਾ ਕਦੇ ਸੰਸਾਰ ਉੱਤੇ ਜਨਮ ਲੈ ਕੇ ਆਉਂਦੇ ਹਨ, ਨਾ ਆਤਮ ਮੌਤ ਤੇ ਮਰਦੇ ਹਨ। ਇਸ ਕਰਕੇ ਉਹਨਾਂ ਦਾ ਜੀਵਨ ਪਰਮਾਤਮਾ ਨੇ ਨਾਮ ਦੀ ਦਾਤ ਦੇ ਕੇ ਸ਼ਿੰਗਾਰ ਦਿੱਤਾ ਹੈ, ਤੇ ਉਹਨਾਂ ਦਾ ਜਨਮ ਮਰਨ ਦਾ ਦੁੱਖ ਮਿਟਾ ਕੇ ਸਦਾ ਵਾਸਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿੱਤਾ ਹੈ। ਸੋ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਜੇ ਸੰਸਾਰ ਤੇ ਮੋਹ ਤੋਂ ਉੱਪਰ ਉੱਠ ਕੇ, ਸੰਸਾਰਕ ਧੰਦਿਆਂ ਤੋਂ ਉੱਪਰ ਉੱਠ ਕੇ, ਪਰਿਵਾਰ ਦੇ ਜੀਆਂ ਦੇ ਮੋਹ ਤੋਂ ਉੱਪਰ ਉੱਠ ਕੇ ਪ੍ਰਭੂ ਦੀ ਕੋਈ ਭਗਤੀ ਬੰਦਗੀ ਕਰਦਾ ਹੈ, ਤਾਂ ਹੀ ਉਸ ਨੂੰ ਇਹ ਅਵਸਥਾ, ਉੱਚੀ ਆਤਮ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਹੈ, ਕਿ ਉਹ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਕੇ ਸੰਸਾਰ ਤੋਂ ਜਾਂਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਜੇ ਜੰਮਣ ਮਰਨ ਦੇ ਦੁੱਖ ਤੋਂ ਬਚਣਾ ਹੈ, ਆਉਣ ਜਾਣ ਦੇ ਚੱਕਰ ਤੋਂ ਰਹਿਤ ਹੋਣਾ ਹੈ, ਤੇ ਭਾਈ ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਫਿਰ ਧੀਆਂ ਪੁੱਤਰਾਂ ਤੇ ਇਸਤਰੀ ਦਾ ਮੋਹ ਜਿਹੜਾ ਹੈ, ਤੇ ਮਾਇਆ ਦਾ ਮੋਹ ਤਿਆਗਣਾ ਪਵੇਗਾ। ਜੋ ਜੀਵ ਇਸ ਸੰਸਾਰ ਉੱਤੇ ਆ ਕੇ ਧੀਆਂ ਪੁੱਤਰਾਂ ਦਾ, ਇਸਤਰੀ ਦਾ ਮੋਹ, ਮਾਇਆ ਦਾ ਮੋਹ ਤਿਆਗ ਦਿੰਦਾ ਹੈ, ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਸਦਾ ਵਾਸਤੇ ਲੀਨ ਹੋ ਜਾਂਦਾ ਹੈ, ਤੇ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਇਆ ਰਹਿੰਦਾ ਹੈ। ਫਿਰ ਉਸ ਨੂੰ ਕਦੀ ਸੰਸਾਰ ਉੱਤੇ ਜਨਮ ਲੈ ਕੇ ਨਹੀਂ ਆਉਣਾ ਪੈਂਦਾ। ਸੋ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਭਾਈ ਜੇ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋਣਾ ਹੈ, ਤੇ ਧੀਆਂ ਪੁੱਤਰਾਂ ਦਾ ਮੋਹ, ਇਸਤਰੀ ਦਾ ਮੋਹ,
ਮਾਇਆ ਦਾ ਮੋਹ ਤਿਆਗ ਕੇ ਪ੍ਰਮਾਤਮਾ ਦੀ ਭਗਤੀ ਸਿਮਰਨ ਬੰਦਗੀ ਕਰਨੀ ਚਾਹੀਦੀ ਹੈ। ਸੋ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਕਹਿਤ ਕਬੀਰ ਸੁਨੋ ਰੇ ਸੰਤੋ, ਮਿਲਹਿ ਸਾਰੰਗ ਪਾਨੀ ਰੇ। ਜੋ ਸੰਸਾਰ ਦੇ ਮੋਹ ਤੋਂ ਉੱਪਰ ਉੱਠ ਕੇ, ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਸਿਮਰਨ ਕਰਦੇ ਹਨ, ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਉਹ ਇੱਕ ਦਿਨ ਪ੍ਰਭੂ ਦੇ ਪਿਆਰੇ ਭਗਤ ਸੰਤ ਮਹਾਂਪੁਰਖ ਜਿਹੜੇ ਹਨ ਭਾਈ ਅਕਾਲ ਪੁਰਖ ਦੇ ਚਰਨਾਂ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦੇ ਹਨ। ਸਾਰੰਗ ਪਾਣੀ ਪ੍ਰਮਾਤਮਾ ਧਨੁਸ਼ਧਾਰੀ ਪ੍ਰਮਾਤਮਾ ਤੋਂ ਭਾਵ ਹੈ ਕਿ ਉਹ ਪ੍ਰਮਾਤਮਾ ਦੇ ਵਿੱਚ ਸਦਾ ਵਾਸਤੇ ਸਮਾ ਜਾਂਦੇ ਹਨ। ਧੰਨ ਕਬੀਰ ਸਾਹਿਬ ਜੀ ਜਿਵੇਂ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲਹਿ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ। ਕਿ ਹੁਣ ਭਗਤੀ ਸਿਮਰਨ ਕਰਕੇ ਧੰਨ ਕਬੀਰ ਸਾਹਿਬ ਜੀ ਅਕਾਲ ਪੁਰਖ ਦੇ ਉਸ ਸਿੰਘਾਸਣ 'ਤੇ ਬੈਠ ਗਏ ਹਨ ਜਿੱਥੇ ਪ੍ਰਭੂ ਆਪ ਨਿਵਾਸ ਕਰਦੇ ਹਨ। ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਇੱਕ ਪਾਸੇ ਮੇਰੇ ਅਕਾਲ ਪੁਰਖ ਜੀ ਬੈਠੇ ਹਨ, ਦੂਜੇ ਪਾਸੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਬੈਠੇ ਹਾਂ। ਦੋਨਾਂ ਦੇ ਵਿੱਚ ਕੋਈ ਪਛਾਣ ਨਹੀਂ ਸਕਦਾ ਕਿ ਕਬੀਰ ਕਿਹੜਾ ਹੈ ਤੇ ਪ੍ਰਭੂ ਪਰਮਾਤਮਾ ਰਾਮ ਕਿਹੜਾ ਹੈ। ਦੋਨਾਂ ਦੇ ਵਿੱਚ, ਰਾਮ ਵਿੱਚ ਤੇ ਕਬੀਰ ਵਿੱਚ ਕੋਈ ਅੰਤਰ ਭੇਦ ਨਹੀਂ ਰਹਿ ਗਿਆ। ਹੁਣ ਦੋਨੋਂ ਮਿਲ ਕੇ ਇੱਕ ਰੂਪ ਹੋ ਗਏ ਹਨ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲਹਿ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ। ਧੰਨ ਕਬੀਰ ਸਾਹਿਬ ਕਹਿੰਦੇ ਹਨ ਕਿ ਉਹ ਪ੍ਰਭੂ ਦੇ ਪਿਆਰੇ ਭਗਤ ਅਕਾਲ ਪੁਰਖ ਦੀ ਬੰਦਗੀ ਸਿਮਰਨ ਕਰਕੇ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ। ਦੋਵਾਂ ਵਿੱਚ, ਰਾਮ ਵਿੱਚ, ਪਰਮਾਤਮਾ ਵਿੱਚ ਕੋਈ ਅੰਤਰ ਭੇਦ ਨਹੀਂ ਰਹਿ ਜਾਂਦਾ। ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ, ਕਹਿਤ ਕਬੀਰ ਸੁਨੋ ਰੇ ਸੰਤੋ, ਮਿਲਹਿ ਸਾਰੰਗ ਪਾਨੀ ਰੇ। ਕਿ ਕਬੀਰ ਸਾਹਿਬ ਜੀ ਕਹਿੰਦੇ ਹਨ, ਇਹ ਸੰਤ ਜਨੋ ਸਾਡਾ ਬਚਨ ਸੁਣੋ ਕਿ ਜੋ ਪ੍ਰਮਾਤਮਾ ਦੀ ਭਗਤੀ ਬੰਦਗੀ ਸਿਮਰਨ ਕਰਦੇ ਹਨ ਭਾਈ, ਉਹ ਇੱਕ ਨਾ ਇੱਕ ਦਿਨ ਧਨੁਸ਼ਧਾਰੀ ਪ੍ਰਮਾਤਮਾ ਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦੇ ਹਨ। ਸੋ ਧੰਨ ਕਬੀਰ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਦੀ ਧਾਰਨੀ ਬਣ ਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਕਰਜ ਵਸਾ ਕੇ ਸੇਵਾ ਸਮਨ ਕਰਦੇ ਹੋਏ ਆਪਣਾ ਮਨੁੱਖਾ ਜਨਮ ਸਫਲਾ ਕਰੀਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।